ਇੱਕ ਸਾਡੇ ਬੇਟੀ ਸੀ ਦੁੱਧਾਂ ਪੁੱਤਾਂ ਨਾਲ ਪਾਲੇ ਸੀ। ਪੁਲਿਸ ਨੂੰ ਉਹਨਾਂ ਨੇ 11-12 ਲੱਖ ਰੁਪਈਆ ਖਵਾਤਾ ਜੀ। ਅੱਛਾ ਜੀ। ਸਾਡੀ ਕੋਈ ਨਹੀਂ ਸੁਣ ਰਿਹਾ। ਮਾਰ ਕੇ ਸਮਾਰ ਕੇ ਬੈੱਡ ਤੇ ਸੈੱਟ ਕਰਕੇ ਪਾ ਕੇ 5 ਲੱਖ ਰੁਪਈਆ ਮੁੰਡਾ ਮੰਗ ਰਿਹਾ ਸੀਗਾ। ਅੱਛਾ ਜੀ। ਹਾਂ, ਉਹਦੀ ਮਾਤਾ ਮੰਗ ਰਹੀ ਸੀ 5 ਲੱਖ ਰੁਪਈਆ ਹੋਰ ਦਿਓ। ਮਾਂ ਪੁੱਤ ਦੋਨੇ ਫੜ ਲਏ ਸੀ ਮੌਕੇ ਤੇ। ਅੱਛਾ, ਦੋਨੋਂ ਫੜ ਲਏ ਸੀ, ਬਾਅਦ ਚ ਛੱਡੇ ਗਏ ਆ। ਉਹ ਕਹਿੰਦੇ ਵੀ ਪੱਖੇ ਨਾਲ ਲਟਕੀ ਵੀ ਆ। ਇੱਕ ਉਹਨਾਂ ਨੇ ਉਹੀ ਪੱਖੇ ਦੇ ਉੱਪਰ ਚੁੰਨੀ ਪਾ ਛੱਡੀ ਸੀਗੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਦਾ ਪੜਤਾਲ ਕਰ ਲਓ, ਤੁਸੀਂ ਸਾਨੂੰ ਸਾਬਤ ਕਰ ਦਿਓ ਵੀ ਕੁੜੀ ਆਪ ਮਰੀ ਆ, ਠੀਕ ਆ, ਅਸੀਂ ਕੇਸ ਹੀ ਨਹੀਂ ਝਗੜਦੇ। ਸਤਿ ਸ਼੍ਰੀ ਅਕਾਲ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਬਠਿੰਡਾ ਬਰਨਾਲਾ ਹਾਈਵੇ ਦੇ ਉੱਪਰ ਬੈਠੇ ਹਾਂ। ਅੱਜ ਜਾਮ ਕੀਤਾ ਹੋਇਆ ਆ। ਜਾਮ ਗੁਹਾਰ ਲਗਾ ਰਿਹਾ ਹੈ ਪੀੜਤ ਪਰਿਵਾਰ ਜਿਹੜਾ ਹੈ, ਉਹ ਗੁਹਾਰ ਲਗਾ ਰਿਹਾ ਇਨਸਾਫ ਦੀ। ਜਿਨ੍ਹਾਂ ਦੀ ਧੀ 2 ਮਹੀਨੇ ਪਹਿਲਾਂ ਵਿਆਹ ਹੁੰਦਾ ਆ ਤੇ 2 ਮਹੀਨੇ ਬਾਅਦ ਖਬਰ ਆਉਂਦੀ ਆ ਕਿ ਉਸ ਧੀ ਦੀ ਮੌਤ ਹੋ ਗਈ ਆ। ਤੇ ਪਰਿਵਾਰ ਜਿਹੜਾ ਹੈਗਾ ਆ ਪ੍ਰਸ਼ਾਸਨ ਦੀਆਂ ਲੇਲੜੀਆਂ ਕੱਢ ਰਿਹਾ ਆ, ਪ੍ਰਸ਼ਾਸਨ ਦੇ ਹਾੜੇ ਕੱਢ ਰਿਹਾ ਆ ਕਿ ਇਨਸਾਫ ਸਾਡੀ ਝੋਲੀ ਦੇ ਵਿੱਚ ਪਾਇਆ ਜਾਵੇ, ਇਨਸਾਫ ਸਾਨੂੰ ਦਿੱਤਾ ਜਾਵੇ। ਪਰ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੂੰ ਜਿਹੜੀ ਆ ਉਹ ਨਹੀਂ ਸਰਕ ਰਹੀ। ਪਰਿਵਾਰ ਸਾਡੇ ਨਾਲ ਆ, ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ, ਪੂਰੀ ਕਹਾਣੀ ਜਾਣਦੇ ਆ ਕਿ ਕੀ ਕਹਾਣੀ ਹੋਈ ਆ, ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਆ ਭੈਣ ਨੂੰ ਦਰਿੰਦਿਆਂ ਨੇ ਮੌਤ ਦੇ ਘਾਟ ਉਤਾਰਿਆ ਆ। ਮਾਤਾ ਜੀ ਸਤਿ ਸ਼੍ਰੀ ਅਕਾਲ। ਕੀ ਪੂਰੀ ਕੀ ਕਹਾਣੀ ਸੀ ਜੀ? ਕਿੰਨਾ ਸਮਾਂ ਹੋਇਆ ਸੀ ਵਿਆਹ ਨੂੰ? 29 ਮਾਰਚ ਨੂੰ ਇਹਨਾਂ 29 ਜਨਵਰੀ ਨੂੰ ਬੇਟੀ ਦੀ ਮੈਰਿਜ ਹੋਈ ਆ। ਹਰਪ੍ਰੀਤ ਬੇਟੀ ਦਾ ਨਾਮ ਆ ਜੀ। ਮੈਂ ਉਹਨਾਂ ਦੀ ਮੰਮਾ ਕਰਮਜੀਤ ਕੌਰ ਜੀ। 26 ਮਾਰਚ ਨੂੰ ਉਹਨਾਂ ਦਾ ਕਤਲ ਕੀਤਾ ਗਿਆ ਬੇਟੀ ਦਾ ਜੀ। ਜੀ ਹਾਂਜੀ, ਤੰਗ ਪਰੇਸ਼ਾਨ ਕਰਦੇ ਸੀ। ਸਹੁਰੇ 21 ਲੱਖ ਰੁਪਈਆ ਪਹਿਲਾਂ ਅਸੀਂ ਲਾਇਆ, 5 ਲੱਖ ਦੀ ਹੋਰ ਮੰਗ ਕਰਦੇ ਸੀ ਜੀ। ਪਰ ਬੇਟੀ ਨੇ ਕੋਈ ਸਹੇਲੀਆਂ ਕੋਲ ਮਾੜੇ ਮੋਟੇ ਦਿੱਤੀ ਆ ਵੀ ਖਬਰ ਵੀ ਮੈਂ ਇਸ ਤੱਕ। ਹਾਂਜੀ, ਵੀ ਬਾਹਲਾ ਨਹੀਂ ਦੱਸਿਆ ਸਾਨੂੰ, ਨਹੀਂ ਦੱਸਿਆ ਘਰੇ ਵੀ ਆਹ ਗੱਲ ਆ। ਉਹ ਆਪਦੇ ਵਿੱਚ ਹੀ ਵਿਚਾਰੀ ਕੁੰਝਦੀ ਰਹੀ ਜੀ। ਹਾਂਜੀ। ਤੇ ਜਦੋਂ ਉਹਨਾਂ ਦਾ ਕਤਲ ਹੋ ਗਿਆ ਸਾਨੂੰ ਸੱਸ ਨੇ ਸੁਨੇਹਾ ਲਾਤਾ ਵੀ ਤੁਹਾਡੀ ਬੇਟੀ ਐਂ ਹੋ ਗਈ ਵੀ ਤੁਸੀਂ ਆ ਜਾਓ। ਫੋਨ ਕਰਤਾ ਤਾਂ? ਹਾਂਜੀ ਹਾਂਜੀ, ਮਾਰ ਕੇ ਸਮਾਰ ਕੇ ਬੈੱਡ ਤੇ ਸੈੱਟ ਕਰਕੇ ਪਾ ਕੇ ਜੀ। ਬੇਟੀ ਦੇ ਕੱਪੜੇ ਵੀ ਚੇਂਜ ਕਰੇ ਹੋਏ ਆ। ਵਧੀਆ ਬੇਟੀ ਜਿਵੇਂ ਸੁੱਤੀ ਪਈ ਹੁੰਦੀ ਐਂ ਬੈੱਡ ਤੇ ਪਾਈ ਪਈ ਆ ਜੀ। ਉਹਨਾਂ ਨੇ ਕੋਈ ਗਲਾ ਘੁੱਟ ਕੇ ਮਾਰੀ ਆ ਜਾਂ ਕਿਵੇਂ ਵੀ ਮਾਰੀ ਆ, ਇਹ ਸਾਨੂੰ ਕੋਈ ਪਤਾ ਨਹੀਂ। ਅਸੀਂ ਉੱਥੇ ਪਹੁੰਚੇ ਆ ਜੀ। ਜੀ। ਬਸ ਬੇਟੀ ਨੂੰ ਪੁਲਿਸ ਮੁਲਾਜ਼ਮ ਗਏ, ਉਹ ਕਹਿੰਦੇ ਵੀ ਇਹ ਹੋ ਨਹੀਂ ਸਕਦਾ, ਬੇਟੀ ਫਾਹਾ ਨਹੀਂ ਲੈ ਸਕਦੀ, ਬੇਟੀ ਦਾ ਕਤਲ ਕੀਤਾ ਗਿਆ ਜੀ। ਹਾਂਜੀ, ਫਿਰ ਉਹ ਕਾਕਾ ਕੁਲਵਿੰਦਰ ਸਿੰਘ ਜਿਨ੍ਹਾਂ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ, ਮੈਰਿਜ ਹੋਈ ਸੀ, ਉਹ ਅਰੈਸਟ ਕਰ ਲਿਆ ਜੀ। ਤੇ ਉਹਨਾਂ ਦੀ ਸੱਸ ਬਾਹਰ ਘੁੰਮਦੀ ਆ। ਇੱਕ ਉਹਨਾਂ ਦਾ ਫੁੱਫੜ ਹੈ ਜੀ ਬੰਤ ਸਿੰਘ, ਡੀਐਸਪੀ ਰਿਟਾਇਰ ਹੋਇਆ ਜੀ। ਉਹਨਾਂ ਦੇ ਥਰੂ ਪੁਲਿਸ ਨੂੰ ਉਹਨਾਂ ਨੇ 11-12 ਲੱਖ ਰੁਪਈਆ ਖਵਾਤਾ ਜੀ। ਅੱਛਾ ਜੀ। ਸਾਡੀ ਕੋਈ ਨਹੀਂ ਸੁਣ ਰਿਹਾ ਤੇ ਉਹਨਾਂ ਦੀ ਸੱਸ ਬਾਹਰ ਫਿਰਦੀ ਹੈ। ਬਸ ਸੱਸ ਗ੍ਰਿਫਤਾਰ ਕੀਤੀ ਜਾਵੇ ਜੀ, ਸਾਨੂੰ ਇਨਸਾਫ ਚਾਹੀਦਾ। ਸਾਡੀ ਬੇਟੀ ਦਾ ਕਤਲ ਹੋਇਆ ਜੀ ਬਸ। ਅੱਛਾ, ਭੈਣ ਨੇ ਪਹਿਲਾਂ ਕਦੇ ਜਦੋਂ ਵਿਆਹ ਤੋਂ ਬਾਅਦ ਘਰ ਆਉਂਦੀ ਹੁੰਦੀ ਹੈ, ਭੈਣ ਨੇ ਪਹਿਲਾਂ ਕਦੇ ਕਿਸੇ ਤਰ੍ਹਾਂ ਦੀ ਫੇਸ ਤੋਂ ਮਰਜਾਇਆ ਲੱਗਦਾ ਸੀ ਜੀ, ਪਰ ਉਹਨੂੰ ਡਰਾਇਆ ਧਮਕਾਇਆ ਗਿਆ ਸੀ। ਖਬਰ ਕੀ ਕਹਿੰਦੇ ਸੀ ਕੀ ਨਾ, ਪਰ ਬੇਟੀ ਨੇ ਸਾਡੇ ਕੋਲ ਖੁੱਲ੍ਹ ਕੇ ਨਹੀਂ ਦੱਸਿਆ। ਥੋੜੀ ਦਿੰਦੀ ਰਹੀ ਹੈ ਪਰ ਅਸੀਂ ਸਮਝ ਨਹੀਂ ਪਾਏ ਜੀ। ਕੁਛ ਨਾ ਕੁਛ ਆਖਦੀ ਹੁੰਦੀ ਸੀ। ਹਾਂਜੀ, ਮੇਰਾ ਮਨ ਨਹੀਂ ਲੱਗਦਾ ਜਾਂ ਕਿਵੇਂ। ਹਾਂਜੀ, ਮੇਰਾ ਮਨ ਨਹੀਂ ਲੱਗਦਾ ਉੱਥੇ ਸਹੁਰੇ ਘਰ। ਕੁਛ ਮੈਨੂੰ ਲਿਆ ਕੇ ਨਹੀਂ ਦਿੰਦੇ ਖਾਣ ਪੀਣ ਨੂੰ, ਕਦੇ ਘਮਾਉਣ ਨੂੰ ਨਹੀਂ ਕੁਛ ਲੈ ਕੇ ਜਾਂਦੇ। ਮੰਮਾ ਇੱਥੋਂ ਲੈ ਜਾਂਦੇ ਆ, ਜਦ ਬਾਹਰ ਜਾਂਦੇ ਆ ਮਾਂ ਬੇਟਾ ਆਪ ਹੀ ਜਾਂਦੇ ਆ, ਮੈਨੂੰ ਗੇਟ ਬਾਹਰੋਂ ਬੰਦ ਕਰ ਜਾਂਦੇ। ਬਸ ਮੈਂ ਇਕੱਲੀ ਬੈਠੀ ਰਹਿੰਦੀ ਹਾਂ। ਹਾਂਜੀ, ਇਹੀ ਹੈ, ਸਾਨੂੰ ਇਨਸਾਫ ਚਾਹੀਦਾ ਜੀ। ਉਹਦੀ ਸੱਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਫਾਂਸੀ ਤੱਕ ਸਜ਼ਾ ਹੋਣੀ ਚਾਹੀਦੀ ਹੈ ਜੀ ਉਹਨਾਂ ਨੂੰ। ਜਦੋਂ ਤੁਸੀਂ ਉਸ ਦਿਨ ਗਏ ਹੋ, ਉਸ ਦਿਨ ਮੁੰਡੇ ਨੇ ਕਬੂਲ ਲਿਆ ਸੀ ਕਿ ਅਸੀਂ ਕਤਲ ਕੀਤਾ ਹੈ? ਉਹ ਕੇਰਾਂ ਤਾਂ ਹੱਥ ਬੰਨ੍ਹਦਾ ਰਿਹਾ ਜੀ, ਨਹੀਂ ਜੀ ਮੈਨੂੰ ਨਹੀਂ ਪਤਾ ਜੀ। ਬਸ ਮੁੜ ਕੇ ਉਹਨਾਂ ਨੂੰ ਜਦੋਂ ਅਰੈਸਟ ਕੀਤਾ ਗਿਆ ਫਿਰ ਉਹ ਕਹਿੰਦਾ ਹਾਂਜੀ ਮੈਂ ਮਾਰੀ ਆ। ਕਾਰਨ ਨਹੀਂ ਦੱਸਿਆ ਉਹਨੇ? ਨਹੀਂ ਜੀ, ਕਾਰਨ ਕੁਛ ਨਹੀਂ ਦੱਸਿਆ। ਕਹਿੰਦਾ ਜੀ ਬਾਅਦ 'ਚ ਕਹਿੰਦਾ ਜੀ ਮੈਥੋਂ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ। ਅਸੀਂ ਆਖਿਆ ਸਾਨੂੰ ਬੇਟੀ ਦੇ ਦੇ, ਅਸੀਂ ਤੈਨੂੰ ਮਾफ़ ਕਰ ਦਿਆਂਗੇ ਜੀ। ਬਸ ਜੀ ਇੰਨੀ ਗੱਲ। ਅਰੈਸਟ ਹੁਣ ਗੋਬਿੰਦਪੁਰੇ ਜੇਲ੍ਹ 'ਚ ਹੈ ਜੀ ਉਹ। ਗੋਬਿੰਦਪੁਰੇ? ਹਾਂਜੀ। ਅੱਛਾ, ਜਦੋਂ ਗੱਲਬਾਤ ਜੀ ਜਦੋਂ ਗੱਲਬਾਤ ਜਿਹੜੀ ਹੈਗੀ ਆ ਤੁਰਦੀ ਆ, ਆਪਾਂ ਥੋੜ੍ਹਾ ਬਹੁਤਾ ਪਤਾ ਕਰਦੇ ਹੁੰਦੇ ਆ। ਮਤਲਬ ਜੀ ਪਤਾ ਤਾਂ ਕੀਤਾ ਸੀ ਪਰਿਵਾਰ ਬਾਰੇ, ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਪਰਿਵਾਰ ਹੈ? ਨਹੀਂ ਜੀ, ਸਾਨੂੰ ਤਾਂ ਜਿਵੇਂ ਪਤਾ ਹੀ ਨਹੀਂ ਲੱਗਿਆ ਜੀ ਕੁਛ ਜੀ। ਉਹ ਰਿਸ਼ਤਾ ਕਰਨ ਲੱਗਿਆ ਸੀ, ਬਸ ਇਕੱਲੇ ਬੇਟੇ ਦੀ ਪੁੱਛਿਆ ਸੀ ਵੀ ਬੇਟਾ ਕਹਿੰਦੇ ਠੀਕ ਹੈ, ਵੈਸ਼ਨੂ ਆ ਜੀ, ਹੈ ਨਾ, ਪੜ੍ਹਿਆ ਲਿਖਿਆ ਪਰਿਵਾਰ ਆ, ਬਸ ਮਾਂ ਬੇਟਾ ਸੀ ਦੋਨੋਂ। ਹਾਂਜੀ, ਬਸ ਇੰਨਾ ਹੀ, ਬਾਹਲਾ ਨਹੀਂ। ਉਦੋਂ ਫੋਨ ਆਇਆ ਤਾਂ ਕੌਣ ਗਏ ਸੀ ਤੁਸੀਂ?
ਹਾਂਜੀ ਇਹਨਾਂ ਦੇ ਪਾਪਾ ਸੀਗੇ ਜੀ। ਮੈਂ ਸੀ ਜੀ, ਮੇਰੀ ਨਣਦ ਦੋਈਆ ਸੀ ਜੀ। ਫਿਰ ਬਠਿੰਡਾ ਬੱਸ ਕੰਪਨੀ ਵਾਲੇ ਹੈਪੀ ਵੀਰ ਜੀ ਇਹਨਾਂ ਦੇ ਤਾਇਆ ਬੇਟੀ ਦੇ ਸਾਰੇ ਵੀ ਇੱਥੋਂ 40-45 ਬੰਦੇ ਚਲੇ ਗਏ। ਜਿਵੇਂ ਜਿਵੇਂ ਬੇਟੀ ਦਾ ਪਤਾ ਲੱਗੀ ਗਿਆ ਨਾਲ ਦੀ ਨਾਲ ਗੱਡੀਆਂ ਲਿਜਾ ਕੇ ਲਾਤੀਆਂ ਜੀ ਉੱਥੇ। ਜੀ ਉਹਨਾਂ ਦਾ ਕੋਈ ਨਹੀਂ ਸੀ ਮਹੱਲੇ ਦਾ ਜੀ। ਹਾਂਜੀ 2-3 ਦਿਨ ਸ਼ਾਇਦ ਪਹਿਲਾਂ ਵੀ ਧਰਨਾ ਲੱਗਿਆ ਸੀ, 3 ਦਿਨ ਪਹਿਲਾਂ ਹਨਾ। ਉਦੋਂ ਪ੍ਰਸ਼ਾਸਨ ਆਇਆ ਸੀ ਕੋਲੇ? ਹਾਂਜੀ ਉਹਨਾਂ ਨੇ 10 ਤਰੀਕ ਤੱਕ ਸਮਾਂ ਲਿਆ ਸੀ, ਕਹਿੰਦੇ ਜੋ 10 ਤਰੀਕ ਤੱਕ ਅਸੀਂ ਅਰੈਸਟ ਕਰਾਂਗੇ, ਬਾਅਦ 'ਚ ਜੇ ਨਾ ਅਰੈਸਟ ਹੋਇਆ ਸਾਥੋਂ ਜੋ ਮਰਜ਼ੀ ਕਰਿਓ। ਅੱਜ ਅਸੀਂ ਧਰਨੇ ਤੇ ਬੈਠੇ ਹਾਂ ਜੀ। ਅਸੀਂ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਉਹਨਾਂ ਦੀ ਸੱਸ ਬਲਜਿੰਦਰ ਕੌਰ ਨੂੰ ਗ੍ਰਿਫਤਾਰ ਨਹੀਂ ਕੀਤਾ ਕੋਈ ਜਾਂਦਾ। ਪ੍ਰਸ਼ਾਸਨ ਦਾ ਅਧਿਕਾਰੀ ਆ ਕੇ ਹਲੇ ਤੱਕ ਢੁਕਿਆ ਕਿ ਕੋਈ ਵੀ ਨਹੀਂ ਆਇਆ? ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਇੱਥੇ। ਮੈਂ ਉਹਨਾਂ ਦੀ ਮਾਮਾ ਖੁਦ ਬੈਠੀ, ਉਹਨਾਂ ਦੇ ਪਾਪਾ ਬੈਠੇ ਆ, ਭਰਾ ਬੈਠੇ ਆ, ਚਾਚੇ ਤਾਏ ਬੈਠੇ ਆ ਜੀ, ਭੂਆ ਜੀਆਂ ਬੈਠੀਆਂ ਜੀ। ਹਾਂਜੀ ਅੱਛਾ ਤੁਹਾਨੂੰ ਨਹੀਂ ਕਦੇ ਭੈਣ ਨੇ ਕਦੇ ਦੱਸਿਆ ਕੋਈ ਥੋੜੀ ਬਹੁਤੀ ਗੱਲ? ਐਂ ਕਹਿੰਦੇ ਸੀ ਵੀ ਮੇਰਾ ਜੀ ਨਹੀਂ ਲੱਗਦਾ ਸੀ, ਸਿਆਣੀ ਸੀ ਵੀ ਮੇਰਾ ਜੀ ਨਹੀਂ ਲੱਗਦਾ, ਬਸ ਐਂ ਕਹਿੰਦੇ ਸੀ ਵੀ ਮੇਰਾ ਜੀ ਨਹੀਂ ਲੱਗਦਾ ਸਹੁਰੇ ਘਰ। ਹੋਰ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਜੀ। ਮੌਤ ਤੋਂ ਕਿੰਨੇ ਦਿਨ ਪਹਿਲਾਂ ਤੁਹਾਡੀ ਗੱਲਬਾਤ 1 ਦਿਨ ਪਹਿਲਾਂ ਹੁੰਦੀ ਹੈ ਜਾਂ ਉਸ ਦਿਨ ਹੋਈ ਹੈ ਗੱਲ? ਉਦੋਂ ਮੌਤ ਤੋਂ 9 ਘੰਟੇ ਪਹਿਲਾਂ ਉਹਨਾਂ ਨੇ ਵੀਡੀਓ ਪਾਈ ਹੈਗੀ ਮੋਬਾਈਲ ਦੇ ਉੱਤੇ। ਉਹ ਅਸੀਂ ਹਾਂਜੀ ਉਹ ਵੇਖੀ ਹੈਗੀ ਅਸੀਂ, ਵਧੀਆ ਹੱਸਦੇ ਖੇਡਦੇ ਦੀ ਪਾਈ। ਉਦੋਂ ਬਾਅਦ ਵਿੱਚ ਇਹ ਗੱਲ ਕੰਮ ਹੁੰਦਾ ਹੈਗਾ, 9 ਘੰਟੇ ਬਾਅਦ ਵਿੱਚ ਇਹ ਕੰਮ ਹੁੰਦਾ। ਹਾਂਜੀ ਪ੍ਰਸ਼ਾਸਨ ਦਾ ਹਲੇ ਤੱਕ ਕੋਈ ਅਧਿਕਾਰੀ ਨਾ ਨਹੀਂ? ਜੀ ਨਾ ਜੀ ਕੋਈ ਨਹੀਂ ਆਇਆ। ਉਸ ਦਿਨ ਉਹਨਾਂ ਨੇ 1.5 ਕਿੱਲਾ ਜ਼ਮੀਨ ਵੇਚਿਆ ਸੀ ਜੀ। ਉਹਨਾਂ ਨੇ ਇਹੀ ਵੇਚਿਆ ਹੁਣ ਵੀ ਬੇਟੀ ਨੂੰ ਮਾਰਾਂਗੇ, ਕਤਲ ਕਰਾਂਗੇ। ਮੁੜ ਕੇ ਡੀਐਸਪੀ ਫੁੱਫੜ ਆ ਜਿਹੜਾ ਉਹਦੇ ਥਰੂ ਪੈਸੇ ਦੇਈ ਜਾਂਦੇ। ਪਹਿਲਾਂ ਉਹ ਵਰਤਦਾ ਨਹੀਂ ਸੀ, ਹੁਣ ਉਹਨਾਂ ਨਾਲ ਵਰਤਣ ਲੱਗ ਗਿਆ। 27-28 ਲੱਖ ਰੁਪਈਆ ਵੱਟਿਆ, 12 ਲੱਖ ਖਵਾਤਾ ਜੀ ਉਹਨਾਂ ਨੇ, ਹੋਰ ਖਵਾ ਦੇਣਗੇ। ਅੱਛਾ ਪੁਲਿਸ ਨੂੰ ਦਿੱਤਾ? ਹਾਂਜੀ ਹਾਂਜੀ ਡੀਐਸਪੀ ਬੰਤ ਸਿੰਘ ਗੁਰੂ ਕੀ ਨਗਰੀ ਚ ਕੋਠੀ ਆ ਜੀ ਉਹਨਾਂ ਦੀ। ਜੀ ਜਮਾ ਖੁਦ ਪੁਲਿਸ ਹਾਂ। ਵਾਲੇ ਆ ਬੈਠੇ ਜੀ ਬਾਕੀ ਤੁਸੀਂ ਵੀਰ ਜੀ ਹੈਪੀ ਨਾਲ ਗੱਲ ਕਰ ਸਕਦੇ ਆ ਬਠਿੰਡਾ ਬੱਸ ਕੰਪਨੀ ਵਾਲਿਆਂ ਨਾਲ। ਤਾਂ ਭੈਣ ਦਾ ਚੇਤਾ ਤਾਂ ਹੁਣ ਹਰ ਰੋਜ਼ ਮਾਤਾ ਆਉਂਦਾ ਹੀ ਹੋਣਾ, ਹਰ ਰੋਜ਼ ਮਾਂ ਦਾ ਸਾਡਾ ਭੈਣ ਤਾਂ ਬੁਰਾ ਹਾਲ ਹੈ ਜੀ। ਸਾਡਾ ਤਾਂ ਇੱਕ ਸਾਡੇ ਬੇਟੀ ਸੀ, ਦੁੱਧਾਂ ਪੁੱਤਾਂ ਨਾਲ ਪਾਲੀ ਸੀ। ਕੀ ਕਹਿੰਦੀ ਹੁੰਦੀ ਸੀ? ਮੈਂ ਬਾਹਰ ਜਾਣਾ, ਮੈਂ ਕਰਨਾ। ਹਾਂਜੀ ਰੋਣਾ ਨਹੀਂ। ਰੋਇਆ ਨਾ ਕਰੋ। ਐ ਆਖਦੀ ਹੁੰਦੀ ਸੀ ਕਿ ਮੈਂ ਬਾਹਰ ਜਾਣਾ ਹੈ। ਹਾਂਜੀ ਹਾਂਜੀ ਕਹਿੰਦੇ ਸੀ ਬਾਹਰ ਜਾਣਾ ਹੈਗਾ। ਇਹਨਾਂ ਨੇ ਤਾਂ ਵਿਚਾਰਿਆਂ ਨੇ ਬਹੁਤ ਚਾਅ ਲੜ ਪੂਰੇ ਕੀਤੇ ਸੀਗੇ, ਪਰ ਪਰਮਾਤਮਾ ਨੇ ਨਹੀਂ ਉਹਦੇ ਹੋਣ ਦਿੱਤੇ ਚਾਅ ਲੜ ਪੂਰੇ। ਬਸ ਤੇ ਰੋਣਾ ਨਹੀਂ ਜਮਾ ਬਿਲਕੁਲ ਨਾ ਪੁੱਤ ਰੋਣਾ ਸੀ। ਆਸ ਹੈਗੀ ਆ ਪ੍ਰਸ਼ਾਸਨ ਤੇ ਕੁਝ ਹੋਊਗਾ? ਨਹੀਂ ਜੀ ਜਦੋਂ ਹੁਣ ਤੱਕ ਹੀ ਨਹੀਂ ਆ ਗਿਆ। ਅਸੀਂ ਨਹੀਂ ਉਹਨਾਂ ਦੇ ਪੈਸੇ ਖਾਦੇ ਹੋਏ ਹੈਗੇ, ਉਹ ਨਹੀਂ ਝਾਕਦੇ ਕਿੱਧਰ ਆ ਕੇ। ਹਾਂਜੀ ਅੱਛਾ ਤਾਇਆ ਜੀ ਨਾਲ ਗਏ ਸੀ? ਅਸੀਂ ਉਹਦੇ ਤਾਏ ਜੀ ਨਾਲ ਜੀ ਜੀ ਕੋਈ ਨਹੀਂ ਤੁਸੀਂ ਉਸ ਵੇਲੇ ਨਾਲ ਗਏ ਸੀ ਜੀ? ਹਾਂਜੀ ਜਿਸ ਦਿਨ ਇਹ ਘਟਨਾ ਜਿਹੜੀ ਹੈਗੀ ਆ ਹੋਈ ਹੈ? ਹਾਂਜੀ ਜਿੱਦਾਂ ਘਟਨਾ ਗਈ ਆ ਮੈਂ ਮੌਕੇ ਤੇ ਪਹੁੰਚ ਗਿਆ ਸੀ। ਮੈਨੂੰ ਇਹਦੇ ਭਾਬੀ ਜੀ ਦਾ ਫੋਨ ਆਇਆ ਵੀ ਤੁਸੀਂ ਪਹੁੰਚੋ, ਜੀ ਆਹ ਘਟਨਾ ਵਾਪਰ ਗਈ। ਤਾਂ ਕੁੜੀ ਦੀ ਲਾਸ਼ ਬੈੱਡ ਤੇ ਪਈ ਸੀਗੀ ਤੇ ਉਸ ਟਾਈਮ ਪੁਲਿਸ ਵੀ ਆ ਗਈ ਸੀਗੀ। ਅਸੀਂ ਉਹਨਾਂ ਨੂੰ ਕਿਹਾ, ਉਹ ਦਰਵਾਜ਼ਾ ਵੀ ਨਹੀਂ ਕੋਈ ਟੁੱਟਿਆ ਹੋਇਆ ਸੀਗਾ। ਉਹ ਕਹਿੰਦੇ ਵੀ ਪੱਖੇ ਨਾਲ ਲਟਕੀ ਵੀ ਆ। ਇੱਕ ਉਹਨਾਂ ਨੇ ਉਹੀ ਪੱਖੇ ਦੇ ਉੱਪਰ ਚੁੰਨੀ ਪਾ ਛੱਡੀ ਸੀਗੀ, ਪਰ ਮੌਕੇ ਦੇ ਸਰਕਮਸਟੈਂਸ ਨਾਲ, ਮੌਕੇ ਦੇ ਗਵਾਹਾਂ ਦੇ ਮੁਤਾਬਕ ਕੋਈ ਕਿਸੇ ਨੇ ਵੀ ਆਂਢ ਗੁਆਂਢ ਚੋਂ ਲਾਸ਼ ਲਾਉਣ ਵੇਲੇ ਕੋਈ ਹੈ ਨਹੀਂ ਸੀਗਾ। ਤੋਂ ਸਪਸ਼ਟ ਹੋ ਰਿਹਾ ਸੀਗਾ। ਪੁਲਿਸ ਵੀ ਮੰਨੀ ਉਸ ਟਾਈਮ। ਬਾਅਦ 'ਚ ਜਦੋਂ ਲੜਕਾ ਮੰਨ ਗਿਆ, ਕਹਿੰਦਾ ਮੈਥੋਂ ਗਲਤੀ ਹੋ ਗਈ ਤੇ ਮੈਨੂੰ ਮਾਫ ਕਰ ਦਿਓ, ਬਾਕੀ ਉਹ ਪੈਸੇ ਹੁਣ ਵੀ ਆਫਰਾਂ ਆਉਂਦੀਆਂ ਨੇ ਵੀ ਪੈਸੇ ਲੈ ਲਓ। ਅੱਛਾ ਹਾਂ ਰਾਜੀਨਾਮੇ ਰਾਜੀਨਾਮੇ ਦੀਆਂ ਆਫਰਾਂ ਆਉਂਦੀਆਂ ਨੇ ਵੀ ਪੈਸੇ ਲੈ ਲਓ, ਪਰ ਸਾਨੂੰ ਇਨਸਾਫ ਚਾਹੀਦਾ ਗਾ। ਅਸੀਂ ਤਾਂ ਜਿਹੜੀ ਉਹਨੇ ਇਹ ਐਡਾ ਵੱਡਾ ਪਾਪ ਕੀਤਾ ਉਹਨੂੰ ਐਂਡ ਤੱਕ ਲਿਜਾਵਾਂਗੇ, ਉਹਨੂੰ ਬਿਲਕੁਲ ਸਜ਼ਾ ਦਿਵਾਵਾਂਗੇ। ਉਹਨਾਂ ਨੇ ਮਾਂ ਫੜ ਕੇ, ਮਾਂ ਪੁੱਤ ਦੋਨੇ ਫੜ ਲਏ ਸੀ ਮੌਕੇ ਤੇ। ਅੱਛਾ ਦੋਨੋਂ ਫੜ ਲਏ ਸੀ, ਬਾਅਦ 'ਚ ਛੱਡੇ ਗਏ ਆ। ਮਾਂ ਛੱਡਤੀ, ਪੁੱਤ ਨੂੰ ਫਿਰ ਜਦੋਂ ਪ੍ਰੈਸ਼ਰ ਪਿਆ ਸਾਡਾ ਉਹਨੂੰ ਰੱਖਿਆ ਗਿਆ। ਉਹਨੂੰ ਤੀਜੇ ਦਿਨ ਇਹਨਾਂ ਨੇ ਗ੍ਰਿਫਤਾਰੀ ਦਿਖਾਈ ਆ। 7 ਤਰੀਕ ਨੂੰ ਅਸੀਂ 4 ਤਰੀਕ ਨੂੰ ਮਿਲ ਕੇ ਆਏ ਆ ਸਾਰੀ ਜਥੇਬੰਦੀ ਨੂੰ ਨਾਲ ਲੈ ਕੇ, ਤੇ ਅਲਟੀਮੇਟਮ ਦਿੱਤਾ ਵੀ ਤੁਸੀਂ 3 ਦਿਨ 'ਚ ਫੜ ਲਓ, ਨਹੀਂ 7 ਤਰੀਕ ਨੂੰ ਧਰਨਾ ਲਾਵਾਂਗੇ। 7 ਤਰੀਕ ਨੂੰ ਇੱਥੇ ਪ੍ਰਸ਼ਾਸਨ ਦੇ ਦੋਨੇ ਡੀਐਸਪੀ ਆਸ਼ਵੰਤ ਸਿੰਘ ਤੇ ਡੀਐਸਪੀ ਚਰਨਜੀਤ ਲਾਂਬਾ ਜੀ ਉਹ ਪਹੁੰਚ ਗਏ ਸੀ ਇੱਥੇ। ਉਹਨਾਂ ਨੇ ਇੱਥੇ ਸਟੇਜ ਤੇ ਖੜ੍ਹ ਕੇ ਵਿਸ਼ਵਾਸ ਦਿਵਾਇਆ ਵੀ 3 ਤਰੀਕ ਦੇ ਦਿਓ, 8, 9 ਤੇ 10 ਜੀ ਵੀ ਉਦੋਂ ਉਹਨੇ 3 ਦਿਨਾਂ 'ਚ ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂਗੇ। ਸਾਨੂੰ ਪ੍ਰਸ਼ਾਸਨ ਦਵਾਉਂਦਾ ਰਿਹਾ, ਇਹ ਵੀ ਕਿਹਾ ਰਿਹਾ ਵੀ ਉਹ ਜਿਹੜੀ ਹੈਗੀ ਆ ਸਾਡੀ ਗੱਲ ਹੋ ਗਈ, ਉਹਨੂੰ ਸਰੈਂਡਰ ਕਰਾਉਣਗੇ। ਉਹਨਾਂ ਦਾ ਇੱਕ ਰਿਟਾਇਰਡ ਡੀਐਸਪੀ ਉਹਦਾ ਫੁੱਫੜ ਆ ਮੁੰਡੇ ਦਾ, ਜੀ ਵੀ ਉਹਦੇ ਨਾਲ ਗੱਲ ਹੋ ਗਈ, ਉਹ ਸਾਨੂੰ ਸਰੈਂਡਰ ਕਰਾ ਦੂਗਾ। ਮਾਂ ਨੂੰ ਕਹਿ ਕੇ ਗਿਆ ਗਾ, ਉਹ ਪੇਸ਼ ਕਰਾਊਗਾ। ਉਹ ਜਿਹੜੀਆਂ ਜਾਲੀ ਜੀਆਂ ਰੇੜਾਂ ਮਾਰੀ ਗਏ, ਕਿਤੇ ਕਿੱਧਰ ਸਾਡੇ ਬੰਦਿਆਂ ਨੂੰ ਵੀ ਨਾਲ ਲੈ ਕੇ ਗਏ ਨੇ, ਪਰ ਉਹ ਗਾਹਾਂ ਜਾ ਕੇ ਜਿੱਥੇ ਪਿੰਡ 'ਚ ਲੈ ਕੇ ਗਏ ਉਹ ਪਿੰਡ ਹੀ ਹੈ ਨਹੀਂ ਸੀ ਜਿਹੜਾ ਲਿਖਾਇਆ ਬੋਲੀ ਜਾਂਦੇ ਸੀਗੇ। ਕਹਿੰਦੇ ਜੀ ਆਹ ਪਿੰਡ ਆ, ਉਹਦੇ ਗੰਗਾ ਨਗਰ ਵੱਲ 22N ਕੋਈ ਪਿੰਡ ਸੀਗਾ। ਉਹ ਉੱਥੇ ਜੋ ਜਾ ਕੇ ਦੇਖਿਆ ਉਹ ਕਹਿੰਦੇ ਇਸ ਨਾਂ ਦਾ ਪਿੰਡ ਹੀ ਹੈ ਨਹੀਂ। ਅਤੇ ਉੱਥੋਂ ਵੀ ਗੇੜਾ ਗੂੜਾ ਦੇ ਕੇ ਉਹ ਤਾਂ ਬਾਅਦ 'ਚ ਪਤਾ ਲੱਗਿਆ ਵੀ ਅਸੀਂ ਉਹਦਾ ਚੂਨੇ ਵੱਢ ਰਹਿੰਦਾ। ਉਹ ਤਾਂ ਅਸੀਂ ਸੋਰਸ ਤੋਂ ਪੁੱਛ ਕੇ ਦੱਸਿਆ। ਕੋਈ ਉਹਨਾਂ ਨੇ 3 ਦਿਨਾਂ 'ਚ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ।
ਤੇ ਵਿਸ਼ਵਾਸ ਜ਼ਰੂਰ ਦੁਬਾਰੇ ਦੀ ਸਾਡੀ ਗੱਲ ਹੋ ਗਈ, ਸਿਲੰਡਰ ਕਰਾ ਦਾਂਗੇ। ਅੱਜ ਫਿਰ ਅਸੀਂ ਉਹ ਜਥੇਬੰਦੀ ਦੇ ਮੁਤਾਬਕ ਅੱਜ ਅਸੀਂ ਧਰਨੇ ਤੇ ਬੈਠੇ ਹਾਂ 11 ਵਜੇ ਦੇ, ਲੇਕਿਨ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਆਇਆ, ਕੋਈ ਅਧਿਕਾਰੀ ਨਹੀਂ ਕੋਈ ਨਹੀਂ ਆਇਆਗਾ। ਇਕੱਲਾ SHO ਜਿਹੜੇ ਕੈਂਟ ਖੜੇ ਆ ਉਹ ਵੀ ਟ੍ਰੈਫਿਕ ਨੂੰ ਠੀਕ ਕਰ ਰਹੇ ਨੇ, ਸਾਡੇ ਨਾਲ ਕਿਸੇ ਨੇ ਗੱਲਬਾਤ ਕਰਦੀ ਕਿਸੇ ਨੇ ਨਾ ਜੀ ਕੋਈ ਕੋਸ਼ਿਸ਼ ਜਿਹੜਾ ਨਹੀਂ। ਰਾਜੀਨਾਮੇ ਦੀਆਂ ਆਫਰ ਪੁਲਿਸ ਵੱਲੋਂ ਪੁਲਿਸ ਆ ਰਹੀ ਹੈ ਜਾਂ ਕੋਈ ਹੋਰ ਨਾ ਉਹ ਨੁਮਾਇੰਦੇ? ਤਾਂ ਵਿਚਲੇ ਕੋਈ ਬੰਦੇ ਭੇਜਤੇ ਜੀ, ਉਹ ਵਿਚਲੇ ਬੰਦੇ ਕਰ ਰਹੇ ਨੇ ਵੀ ਅਸੀਂ ਇਹ ਕਰ ਰਹੇ ਹਾਂ, ਤੇ ਪਰ ਅਸੀਂ ਤਾਂ ਜਿਹੜਾ ਕਤਲ ਹੋਇਆ ਗਿਆ, ਇਹਦਾ ਮਾਰਿਆ ਗਿਆ ਹੈਗਾ, ਤੇ ਅਸੀਂ ਸਾਰਾ ਜਿਹੜਾ ਪਰਿਵਾਰ ਪਿੰਡ ਜਥੇਬੰਦੀ ਕੀ ਮੰਨਦੇ ਹੋ, ਮਤਲਬ ਕਿਉਂ ਨਹੀਂ ਜਿਹੜੇ ਹੈਗਾ ਮਾਤਾ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ, ਕੀ ਕਾਰਨ ਹੈ? ਅਸੀਂ ਉਹਨਾਂ ਦੇ ਜਿਹੜੇ ਮਾਤਾ ਨੂੰ ਉਹਨਾਂ ਨੇ ਜ਼ਮੀਨ ਵੇਚੀ ਹੈ ਜੀ, ਭੁੰਦੜ ਪਿੰਡ ਉਹਨਾਂ ਨੇ ਸਾਡੇ ਜਿਹੜਾ ਪਤਾ ਲੱਗਿਆ ਉਹਨਾਂ ਨੇ ਜ਼ਮੀਨ ਵੇਚੀ ਆ, ਮੋਟਾ ਪੈਸਾ ਆਇਆ ਹੋਇਆ। ਬਾਕੀ ਪ੍ਰਸ਼ਾਸਨ ਤੇ ਉਹ DSP ਦਾ ਜਿਹੜਾ ਉਹਦੇ ਸਾਹਮਣੇ ਜਿੱਦੇ ਪੇਸ਼ ਕੀਤਾ ਤਾਂ ਇਹਨਾਂ ਦੇ ਜਿਹੜੇ ਮੌਜੂਦਾ ਉੱਥੇ ਪੁਲਿਸ ਵਾਲੇ ਸੀ ਉਹਨਾਂ ਨੇ ਪੈਰੀ ਹੱਥ ਲਾਏ ਆ। ਅੱਛਾ ਜੀ। ਹਾਂ, ਅਸੀਂ ਉੱਥੇ ਇਤਰਾਜ਼ ਕੀਤਾ, ਉਹ ਕਹਿੰਦੇ ਸਾਡਾ ਪੁਰਾਣਾ ਇਹ ਡਿਪਟੀ ਰਿਹਾ ਗਾ ਤੇ ਯਾਰ ਸਾਡਾ ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਜੀ ਅੱਗੇ ਇੱਕ DSP ਨੇ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਤੇ ਸੀਗੇ, ਹਾਲਾਂਕਿ ਉਹਦਾ ਭਤੀਜਾ ਸੀਗਾ, ਤੇ ਉਹ ਪੁਲਿਸ ਨੇ ਸਸਪੈਂਡ ਕੀਤਾ, ਤੇ ਤੁਸੀਂ ਆਉਣ ਵਰਦੀ ਇੱਕ ਕੋਰਟ 'ਚ ਯਾਰ ਇਹਦੇ ਪੈਰੀ ਹੱਥ ਲਾ ਰਹੇ ਹੋ, ਤੇ ਇਹ ਤਾਂ ਬਹੁਤ ਵੱਡੀ ਗੱਲ ਆ। ਉਹ ਕਹਿੰਦੇ ਜੀ ਚਲੋ ਸਾਡਾ ਜਿਹੜਾ ਹੈਗਾ ਅਸੀਂ ਸਤਿਕਾਰ ਕਰਦੇ ਹਾਂ, ਪਰ ਜਿਹੜਾ ਸਾਰੇ ਘਟਨਾਕ੍ਰਮ ਤੋਂ ਲੱਗਦਾ ਵੀ ਪੁਲਿਸ ਨੂੰ ਫੜੂਗੀ ਨਹੀਂ। ਤੁਸੀਂ ਕੀ ਮੰਨਦੇ ਵੀ ਦਬਾਅ ਉਸ ਚੀਜ਼ ਦਾ? ਦਬਾਅ ਆ ਜੀ, ਪੈਸਾ ਚੜਿਆ ਹੋਇਆ, ਫੜ ਕੇ ਛੱਡਤੀ ਜੀ, ਫੜ ਕੇ ਉਹਨੂੰ ਛੱਡਿਆ ਗਿਆ, ਇਹ ਨਹੀਂ ਕੋਈ ਫੜੀ ਨਹੀਂ ਗਈ, ਫੜ ਕੇ ਛੱਡਿਆ ਗਿਆ, ਗ੍ਰਿਫਤਾਰ ਕਰਕੇ ਉਹਨੂੰ ਛੱਡਿਆ ਗਿਆ। ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੀ ਮੰਗ ਆਉਂਦੀ ਸੀ ਕੋਈ, ਚਾਹੇ ਕੋਈ ਦਹੇਜ ਦੀ ਹੋਵੇ ਜਾਂ ਕੋਈ ਪਤਾ ਲੱਗਦਾ ਸੀ ਕਿ ਸਾਡੀ ਜਿਹੜੀ ਧੀ ਆ ਉਹ ਖੁਸ਼ ਨਹੀਂ ਆ, ਭੈਣ ਖੁਸ਼ ਨਹੀਂ ਆ? ਹਾਂ, ਇਹ ਆਈ ਹੈ ਜੀ ਮੰਗ ਉਹਨਾਂ ਦੀ, 5 ਲੱਖ ਰੁਪਈਆ ਮੁੰਡਾ ਮੰਗ ਰਿਹਾ ਸੀਗਾ। ਅੱਛਾ ਜੀ। ਹਾਂ, ਉਹਦੀ ਮਾਤਾ ਮੰਗ ਰਹੀ ਸੀ 5 ਲੱਖ ਰੁਪਈਆ ਹੋਰ ਦਿਓ, ਜਿੰਨਾ ਕੁ ਕੋਈ ਇਹਨਾਂ ਨੇ ਜਿੰਨਾ ਉਹਨਾਂ ਨਾਲ ਕਾਰਮਿਆ ਸੀ ਉਹ ਪੈਸਾ ਦੇਤਾ ਸੀਗਾ। ਬੜਾ ਚੰਗਾ ਵਿਆਹ ਕੀਤਾ, ਕਾਪਰਫੀਲਡ ਰਿਜ਼ੋਰਟ ਆ ਉੱਥੇ, ਉਹ 'ਚ ਵਿਆਹ ਕੀਤਾ ਗਾ, ਤੇ ਸੋਨਾ ਹੋਰ ਸਭ ਕੁਝ ਜਿਹੜਾ ਘਰੇਲੂ ਸਮਾਨ ਦਿੰਦੇ ਹੁੰਦੇ ਆ ਉਹ ਦਿੱਤਾ ਗਾ। ਤੇ ਪਰ ਉਦੋਂ ਬਾਅਦ ਵੀ ਉਹਦਾ ਹੈ ਲੜਕੀ ਨੂੰ ਸਾਰਿਆਂ ਨੂੰ ਪਰਿਵਾਰਾਂ ਨੂੰ ਇਹ ਹੁੰਦਾ ਵੀ ਹਜੇ 2 ਮਹੀਨੇ ਹੋਏ ਨੇ, ਚਲੋ ਕੋਈ ਗੱਲ ਨਹੀਂ, ਆਈ ਬਸ ਜੂਗੀ, ਰਲ ਮਿਲ ਜੂਗੀ, ਕੋਈ ਗੱਲ ਨਹੀਂ, ਇਹ ਤਾਂ ਚੱਲਦਾ ਹੀ ਰਹਿੰਦਾ ਹੈਗਾ। ਤੋ ਉਹ ਸਾਰਾ ਇੱਕ ਲੜਕੀ ਵੀ ਖੁੱਲ੍ਹ ਕੇ ਨਹੀਂ ਉਹਨੇ ਕਿਹਾ ਵੀ ਮੈਨੂੰ ਇੰਨਾ ਤੰਗ ਪਰੇਸ਼ਾਨ ਆ ਮੈਂ, ਕਿਉਂਕਿ ਹਰ ਇੱਕ ਨੂੰ ਕੁੜੀਆਂ ਸਿਆਣੀਆਂ ਨੇ, ਉਹ ਕਹਿੰਦੀਆਂ ਵੀ ਚਲੋ ਇਹ ਮਾਤਾ ਨੂੰ ਦੱਸਿਆ, ਉਹਦੀ ਨੂੰ ਆਪਦੀ ਨੂੰ ਮਾਤਾ ਨੂੰ ਦੱਸਿਆ ਵੀ ਇਹ ਗੱਲ ਆ, ਇਹਨੂੰ ਵੀ ਐਂ ਸੀ ਵੀ ਚਲੋ ਵਿਆਹ ਕੀਤਾ ਹਜੇ 1.5-2 ਮਹੀਨੇ ਦੀ ਗੱਲ ਆ, ਤੇ ਇਹ ਕੋਈ ਇਹੋ ਜਿਹੀ ਗੱਲ ਨਹੀਂ, ਚਲੋ ਮਾੜਾ ਮੋਟਾ ਮੰਗ ਸ਼ੰਗ ਤਾਂ ਚੱਲਦੀ ਰਹਿੰਦੀ ਆ। ਤੇ ਆਹ ਮਾਰਨ ਵਾਲੀ ਗੱਲ ਤਾਂ ਸਾਡੇ ਜਾ ਚੇਤੇ ਵੀ ਨਹੀਂ ਸੀ ਵੀ ਆਹ ਗੱਲ ਹੋ ਜੂਗੀ। ਭਾਈ ਜਿਸ ਦਿਨ ਰੇਡ ਹੁੰਦੀ ਹੈ, ਮਤਲਬ ਸ਼ਾਇਦ ਤੁਸੀਂ ਵੀ ਨਾਲ ਗਏ ਸੀ, ਜਦੋਂ ਕਹਿੰਦੇ ਫੇਕ ਰੇਡ ਦੀ ਗੱਲ ਕਰ ਰਹੇ ਆ, ਫੇਕ ਰੇਡ ਹੋਈ ਨਾਲ ਸੀ ਤੁਸੀਂ? ਹਾਂਜੀ, ਅਸੀਂ ਗਏ ਜੀ ਰਾਜਸਥਾਨ। ਸਾਨੂੰ ਇਹ ਕਹਿੰਦੇ ਵੀ 22 ਜੀ ਪਿੰਡ ਆ ਜਿਹੜਾ ਪਰਚੇ ਦੇ ਵਿੱਚ FIR ਦੇ ਵਿੱਚ ਹੈਗਾ, ਉੱਥੇ ਜਾ ਕੇ ਦੇਖੋ ਪਿੰਡ ਹੀ ਹੈ ਨਹੀਂ, ਉੱਥੇ 23 ਜੀ 25 ਜੀ ਠੀਕ ਹੈ ਜੀ, ਤੇ 23 NN ਇੱਦਾਂ ਦੇ ਪਿੰਡ ਸੀਗੇ। ਫਿਰ ਉਸ ਤੋਂ ਬਾਅਦ ਸਾਡੇ ਉੱਥੇ ਯਾਰ ਦੋਸਤ ਸੀ, ਅਸੀਂ ਆਪਦੇ ਲੈਵਲ ਤੇ ਜਦੋਂ ਇਨਕੁਆਇਰੀ ਕੀਤੀ ਤਾਂ ਸਾਨੂੰ ਚੂਨਾਵੱਡ ਦੇ ਵਿੱਚ ਉਹ ਬੰਦਾ ਮਿਲਿਆ, ਇਹਦਾ ਬਲਜਿੰਦਰ ਕੌਰ ਦਾ ਭਰਾ। ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਦੀ ਸਾਰੀ ਲੋਕੇਸ਼ਨ ਉਹਦੀ SDR ਪੁਲਿਸ ਕਢਾ ਰਹੀ ਆ, ਪਰ ਵੀ ਅਸੀਂ ਵੀ ਉਸ ਤੋਂ ਬਾਅਦ ਸਾਨੂੰ ਫਾਜ਼ਿਲਕਾ ਦੇ ਨਾਲ ਸੁਲੇਮਾਨਕੀ ਦੇ ਨਾਲ ਪਿੰਡ ਸੀ ਕਰਨਖੇੜੀ, ਸਾਨੂੰ ਉੱਥੇ ਲੈ ਗਏ, ਉੱਥੇ ਵੀ ਕੁਝ ਨਹੀਂ ਮਿਲਿਆ। ਫਾਜ਼ਿਲਕਾ ਤੋਂ ਫਿਰ ਅਸੀਂ ਵਾਪਸ ਆ ਗਏ ਰਾਤ ਨੂੰ, ਸਵੇਰ ਚੱਲੇ ਅਸੀਂ 3 ਵਜੇ ਦੇ, ਰਾਤ ਨੂੰ 10 ਵਜੇ ਵਾਪਸੀ ਹੋਈ। ਐਵੇਂ ਸਾਨੂੰ ਬਸ ਵੀ ਇੱਥੇ ਲੋਕੇਸ਼ਨ ਆ ਉੱਥੇ ਲੋਕੇਸ਼ਨ ਹੈ ਵੈਸੀ ਲਈ ਫਿਰੇ। ਤੇ ਹੁਣ ਤੱਕ ਕੋਈ ਅੱਜ ਦਾ ਕੋਈ ਨਹੀਂ, ਕੁਛ ਨਹੀਂ ਗੱਲਬਾਤ ਕਰਨ ਦੇ ਕਿਸੇ ਨੇ, ਪ੍ਰਸ਼ਾਸਨ ਨੇ ਗੱਲਬਾਤ ਕਰਨ ਲਈ ਕੋਈ ਨਹੀਂ ਅੱਗੇ ਆਇਆ। ਤਾਂ ਲੱਗਦਾ ਫਿਰ ਇਨਸਾਫ ਮਿਲ ਜੂ? ਦੇਖੋ ਜੀ, ਅੱਜ ਤਾਂ ਮੰਗ ਕਰਦੇ ਆ। ਤੇ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ? ਨੁਮਾਇੰਦਿਆਂ ਨਾਲ ਹੋਈ ਆ, ਉਹ ਵੀ ਇਹ ਕਹਿੰਦੇ ਵੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਆ। ਅੱਛਾ, ਗੱਲਬਾਤ ਹੀ ਚੱਲ ਰਹੀ ਹੈ? ਹਾਂਜੀ, MLA ਜਗਸੀਰ ਨਾਲ ਵੀ ਗੱਲ ਹੋਈ ਸੀ, ਘਰੇ ਵੀ ਆਏ ਸੀ, ਉਹਨਾਂ ਨੇ ਫੋਨ ਵੀ ਕੀਤਾ, ਭੋਗ ਤੇ ਵੀ ਆਏ ਸੀ, ਕਹਿੰਦੇ ਮੇਰੀ SSP ਮੈਡਮ ਨਾਲ ਵੀ ਗੱਲਬਾਤ ਹੋਈ ਆ, ਪਰ ਕੋਈ ਹਾਲੇ ਤੱਕ ਸਾਹਮਣੇ ਨਹੀਂ ਆਇਆ ਕੋਈ ਇਨਸਾਫ। ਅਗਰ ਤੁਹਾਨੂੰ ਕਦੇ ਦੱਸਣ ਦੀ ਕੋਸ਼ਿਸ਼ ਕੀਤੀ ਸੀ ਭੈਣ ਦੇ ਇਸ ਸਮੇਂ ਦੌਰਾਨ ਜਦੋਂ ਆਉਂਦੀ ਹੁੰਦੀ ਸੀ, ਘਰੇ ਰਹਿੰਦੇ ਹੁੰਦੇ ਸੀ ਜਿੰਨੇ ਕੁ ਦਿਨ ਆਈ ਹੋਣੀ ਆ ਵਿਆਹ ਤੋਂ ਬਾਅਦ, ਕਿ ਮੈਂ ਕਿਸ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਆ ਜਾਂ ਕਿਸ ਤਰ੍ਹਾਂ? ਨਹੀਂ ਜੀ, ਕਦੇ ਕੋਈ ਇਹੋ ਜਿਹੀ ਗੱਲ ਤੁਹਾਡੇ ਕੋਲੇ ਪਹੁੰਚੀ ਹੋਵੇ? ਨਹੀਂ, ਕੁਛ ਨਹੀਂ ਉਹਨੇ ਦੱਸਿਆ ਸਾਨੂੰ ਵੀ ਜਾਂ ਮੈਨੂੰ ਪਰੇਸ਼ਾਨ ਕਰਦਾ ਹੈ ਜਾਂ ਕੋਈ ਵੀ ਮੈਥੋਂ ਉਹ ਹੈ ਵੀ ਉਹ ਹੌਲੀ ਹੌਲੀ ਉਹਦੇ ਮੂੰਹ ਤੋਂ ਪਤਾ ਲੱਗਦਾ ਸੀ ਵੀ ਹੈ ਕੋਈ। ਤੇ ਤੁਸੀਂ ਨਹੀਂ ਆਪ ਪੁੱਛਣ ਦੀ ਕੋਸ਼ਿਸ਼ ਕੀਤੀ ਫਿਰ? ਨਹੀਂ, ਬੱਚਾ ਸੀਗਾ, ਚਲੋ ਕੋਈ ਗੱਲ ਨਹੀਂ, ਹੌਲੀ ਹੌਲੀ ਦੱਸ ਦੂਗੀ, ਪਰ ਮੂੰਹ ਤੋਂ ਪਤਾ ਲੱਗ ਜਾਂਦਾ ਸੀ ਵੀ ਇੱਥੇ ਪਹਿਲਾਂ ਪੂਰੀ ਜਾਂਚ ਪੜਤਾਲ ਕੀਤੀ ਸੀ ਵਿਆਹ ਤੋਂ ਪਹਿਲਾਂ ਹੁੰਦਾਗਾ? ਆਪਾਂ ਪਹਿਲਾਂ ਤਾਂ ਚਾਚਾ ਜੀ ਆ, ਉਹਦਾ ਤਾਇਆ ਜੀ ਆ, ਜੀ, ਭਾਈ ਆ ਜੀ, ਸਾਰੇ ਆ ਤਾਇਆ ਜੀ ਆ।
ਪਹਿਲਾਂ ਜਾਂਚ ਪੜਤਾਲ ਪੂਰੀ ਕੀਤੀ ਸੀ, ਜੇ ਆਪਾਂ ਵਿਆਹ ਵੇਲੇ ਹੁੰਦਾ ਨਾ ਕਿ ਪਰਿਵਾਰ ਕਿਦਾਂ ਦਾ, ਫੈਮਿਲੀ ਕਿਦਾਂ ਦੀ ਸੀ, ਜਾਂਚ ਪੜਤਾਲ ਕਰਦੇ ਆ ਹੋਏ ਪੂਰਾ ਕੀਤਾ ਸੀ ਪਹਿਲਾਂ ਕਿਹੋ ਜਿਹਾ ਪਰਿਵਾਰ ਕਿਹੋ ਜਿਹਾ? ਇਹ ਜਿਹੜਾ ਮੁੰਡਾ ਫੁੱਫੜ ਸੀ ਨਾ ਜੀ, ਭੂਆ, ਉਹਨੇ ਰਿਸ਼ਤਾ ਕਰਾਇਆ ਸੀਗਾ। ਉਹ ਰਿਟਾਇਰਡ ਹੈਗਾ ਆਪਣਾ ASI। ਉਹ ਬੰਦਾ ਆਪਣਾ ਉਹਦੀ ਘਰ ਹੈਗੀ ਪਿੰਡ ਭੁੰਦੜ ਦੀ, ਉੱਥੇ ਸਾਡੇ ਪਾਪਾ ਦੇ ਨਾਨਕੇ ਆ। ਵੀ ਗਾਂ ਦੀ ਗਾਂ ਚੈੱਕ ਕਰ ਲਿਆ ਸੀਗਾ ਵੀ ਠੀਕ ਆ, ਪਰ ਆਹ ਨਹੀਂ ਪਤਾ ਨਹੀਂ ਐਡੇ ਮਾੜੇ ਨਿਕਲਣਗੇ। ਮੈਂ ਤਾਂ ਬਾਹਰ ਕੈਨੇਡਾ ਰਹਿਣਾ, ਮੈਂ ਤਾਂ ਉੱਥੋਂ ਆ ਕੇ ਵਿਆਹ ਕੀਤਾ ਸੀ ਕੁੜੀ ਦਾ। ਅੱਛਾ ਜੀ। ਹਾਂ, ਵਿਆਹ ਕਰਕੇ ਮੈਂ 4 ਮਾਰਚ ਨੂੰ ਵਾਪਸ ਗਿਆ ਗਾ। ਤੇ ਜਦੋਂ ਆ ਪਤਾ ਲੱਗਿਆ ਇਹਦਾ ਫੋਨ ਆਇਆ ਮੈਨੂੰ 26 ਤਰੀਕ ਨੂੰ, ਮੈਂ ਤੋਂ ਚੜ੍ਹ ਗਿਆ ਇੱਥੇ। ਅੱਜ ਫਿਰਦਿਆਂ ਨੂੰ 20 ਦਿਨ ਹੋ ਗਿਆ, ਕੋਈ ਇਨਸਾਫ ਦੀ ਕਹਾਣੀ ਨਹੀਂ। ਕੈਨੇਡਾ ਤੋਂ ਹਰ ਇੱਕ ਨੂੰ ਤੁਸੀਂ ਮਿਲੇ ਹੋ, ਕੋਈ ਕੁਝ ਨਹੀਂ ਹੋ ਰਿਹਾ? ਬਸ ਕਹਿੰਦੇ ਜਾਂਚ ਚੱਲਦੀ ਆ, ਗ੍ਰਿਫਤਾਰੀ ਕਰਾਂਗੇ, ਅੱਜ ਕਰਾਂਗੇ, ਸਵੇਰੇ ਕਰਾਂਗੇ, ਪਰ ਕੁਛ ਨਹੀਂ। ਮਾਤਾ ਕਹਿੰਦੇ ਪੁਲਿਸ ਦਾ ਰਾਈ ਸਰਸਰੀ ਐ ਰਹੀ ਆ ਜੋ 751 ਹੁੰਦੀ ਆ, ਉਹ ਤਾਂ ਗੱਲ ਹੀ ਨਹੀਂ ਸਮਝਦੀ ਵੀ ਇਹ 4 ਦਾ ਪਰਚਾ ਹੈਗਾ। ਅੱਛਾ, ਪੁਲਿਸ ਪ੍ਰਸ਼ਾਸਨ ਨਹੀਂ ਸਮਝਦਾ। ਮਾਤਾ ਨੂੰ ਗ੍ਰਿਫਤਾਰ ਨਹੀਂ ਕਰਦੇ? ਮਾਤਾ ਭੱਜੀ ਹੋਈ ਆ, ਪੁਲਿਸ ਦੇ ਕੋਲੇ ਹੀ ਆ। ਜਦੋਂ ਚਾਹੇ ਤਾਂ ਉਹਦੀ ਗ੍ਰਿਫਤਾਰ ਕਰ ਲਈ, ਪਹਿਲਾਂ ਗ੍ਰਿਫਤਾਰ ਕਰ ਲਈ ਸੀ ਉਸ ਦਿਨ, ਜਿਹਦੇ ਮੁੰਡਾ ਫੜਿਆ ਇਹਨਾਂ ਨੇ ਉਹਦੀ ਗ੍ਰਿਫਤਾਰ ਹੋ ਗਈ ਸੀ। ਮਾਤਾ ਛੱਡੀ ਆ ਬਾਅਦ ਵਿੱਚ ਇਹਨਾਂ ਨੇ। ਹਾਂ, ਉਸ ਦਿਨ ਵੀ ਧਰਨਾ ਮਤਲਬ ਇਸ ਆਸ਼ਵਾਸਨ ਜਦੋਂ ਦਵਾਇਆ ਸੀ, DSP ਸਾਹਿਬ ਖੁਦ ਆਏ ਸੀ ਸ਼ਾਇਦ? ਹਾਂ, DSP ਇੱਥੋਂ ਕੈਂਟ ਤੇ DSP ਸਿਟੀ ਸਬਾਨ ਆਏ ਸੀਗੇ ਜੀ। ਤਾਂ ਇਹਦਾ ਜਿਹੜੇ DSP ਸਾਹਿਬ ਜਿੱਦੇ 7 ਤਰੀਕ ਨੂੰ ਅਸੀਂ ਧਰਨਾ ਦਿੱਤਾ ਤਾਂ ਉੱਥੇ ਸਟੇਜ ਤੇ ਬੋਲ ਕੇ ਗਏ ਨੇ। ਮੈਂ ਉਹਨਾਂ ਨੂੰ ਕਿਹਾ ਵੀ ਪੁਲਿਸ ਇਨਕੁਆਇਰੀ ਲਾ ਕੇ ਕੱਢ ਰਹੀ ਆ, ਕਿਉਂਕਿ ਮੇਰੇ ਸੋਰਸਸ ਦੱਸਦੇ ਸੀਗੇ ਜਿਹੜੇ ਸਾਡੇ ਉੱਥੋਂ, ਅਸੀਂ ਵੀ ਪਤਾ ਕਰਾਇਆ ਸੀ ਵੀ ਇਨਕੁਆਇਰੀ ਲਾ ਕੇ ਇਹਨਾਂ ਨੂੰ ਕੱਢ ਦੇਣਾ, ਪੈਸਾ ਮੋਟਾ ਚਲਾਇਆ ਗਿਆ। ਇੱਕ ਦੋ ਇੱਥੇ ਜਿਹੜੇ ਉਹੀ ਅਫਸਰ ਸੀਗੇ ਜਿਹੜੇ ਦਲਜੀਤ ਸਿੰਘ ਬਰਾੜ ਸੀ, ਇੱਕ ਦੋ ਉੱਥੇ ਜਿਹੜੇ ਹੌਲਦਾਰ ਸੀ, ਉਹ ਕਿਉਂਕਿ ਪਿਛਲੀ ਸਰਕਾਰ 'ਚ ਮਨਪ੍ਰੀਤ ਦੀ 'ਚ ਕਾਫੀ ਬਦਨਾਮੀ ਹੋਈ ਆ। ਉਹਦਾ ਵੋਟ ਘਟਣ ਦਾ ਕਾਰਨ ਵੀ ਉਹਨਾਂ ਦਾ ਸੀ, ਕਿਉਂਕਿ ਵੱਡੇ ਪੱਧਰ ਤੇ ਪੈਸਾ ਚੱਲਿਆ ਥਾਣਿਆਂ 'ਚ। ਮੈਂ ਉਹਨਾਂ ਨੂੰ ਇਹ ਵੀ ਉਹ ਕਰਵਾਇਆ ਸੀ, ਵਾਰਨਿੰਗ ਦਿੱਤੀ ਸੀ ਵੀ ਇਹੋ ਜਿਹੀ ਕੋਈ ਗੱਲਬਾਤ ਨਾ ਕਰ ਜਿਓ, ਇਹ ਕਤਲ ਹੋਇਆ ਪਿਆ, ਸਾਹਮਣੇ ਕਤਲ ਪਿਆ, ਅਸੀਂ ਚੁੱਪ ਕਰਕੇ ਨਹੀਂ ਬੈਠਣਾ। ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ, ਤੁਹਾਨੂੰ ਪੂਰਾ ਇਨਸਾਫ ਮਿਲੂਗਾ। ਇੱਥੇ ਜਦੋਂ ਧਰਨੇ 'ਚ DSP ਚਰਨਜੀਤ ਲਾਂਬਾ ਜੀ ਬੋਲ ਕੇ ਗਏ ਵੀ ਇਹਦੀ ਕੋਈ ਇਨਕੁਆਇਰੀ ਨਹੀਂ ਹੋਊਗੀ, ਕੋਈ ਕੁਛ ਨਹੀਂ ਚੱਲ ਰਹੀ, ਅਸੀਂ ਕਾਤਲ ਨੂੰ ਫੜਨ ਲਈ ਪੁਰਜ਼ੋਰ ਲਾ ਰਹੇ ਹਾਂ ਤੇ ਅਸੀਂ ਉਹਨੂੰ ਫੜ ਕੇ ਰਹਾਂਗੇ। ਪਰ ਜਦੋਂ ਸਾਡੇ ਹੈਰਾਨੀ ਦੀ ਹੱਦ ਨਾ ਰਹੀ, ਜਿੱਦਾਂ ਇਹ ਗਏ ਆ ਗੰਗਾ ਨਗਰ ਰੇਡ ਤੇ 8 ਤਰੀਕ ਨੂੰ, ਤਾਂ ਉਹਦੇ ਤੇ 31 ਤਰੀਕ ਨੂੰ DSP ਸਿਟੀ 1 ਦਾ ਪਰਵਾਨਾ ਲੱਗਿਆ ਹੋਇਆ। 31/3 'ਚ ਇਹਦਾ ਮਤਲਬ ਉਹਨੇ ਜਾਂ 28/29 ਨੂੰ ਉਹਨੇ ਇਨਕੁਆਇਰੀ ਮਾਰਕ ਕਰਾ ਕੇ ਲਾ ਵੀ ਦਿੱਤੀ। 31 'ਚ ਉਹਨਾਂ ਦਾ ਪਰਵਾਨਾ ਕੱਟਿਆ ਹੋਇਆ। ਉਹਨਾਂ ਨੇ ਤਬਦੀਸ਼ੀ ਨੂੰ 4 ਅਪ੍ਰੈਲ ਨੂੰ ਇਨਕੁਆਇਰੀ ਸ਼ਾਮਲ ਹੋਣ ਲਈ ਉਹਦੀ ਮਾਂ ਨੂੰ ਵੀ ਜਿਹੜੀ ਸੱਸ ਆ ਜਿਹੜੀ ਬਲਵਿੰਦਰ ਕੌਰ, ਉਹਨੂੰ ਵੀ ਕਿਹਾ ਵੀ ਇਹਨੂੰ ਨੋਟ ਕਰਾਇਆ ਜਾਵੇ, ਇਹਨੂੰ ਲੈ ਕੇ ਆਇਆ ਜਾਵੇ ਤੇ ਜਿਹੜਾ ਤਬਦੀਸ਼ੀ ਵੀ ਮੇਰੇ ਹਾਜ਼ਰ ਹੋਵੇ। ਉਹ ਪਰਵਾਨੇ ਦੀ ਫੋਟੋ ਸਾਡੇ ਕੋਲ ਹੈਗੀ ਆ। ਤੇ ਉਹਦੇ ਇੱਥੇ 7 ਤਰੀਕ ਨੂੰ ਸਾਡੇ ਕੋਲ ਇੱਥੇ ਝੂਠ ਬੋਲ ਰਹੇ ਨੇ ਵੀ ਇਹਦੀ ਇਨਕੁਆਇਰੀ ਜਿਹੜੀ ਹੈਗੀ ਆ, ਕੋਈ ਨਹੀਂ ਇਨਕੁਆਇਰੀ ਹੈਗੀ ਸਾਡੇ ਕੋਲ। ਆ ਪਰਵਾਨੇ ਦੀ ਸਾਡੇ ਕੋਲ ਆ ਫੋਟੋ ਕਾਪੀ ਆ ਜੀ। ਆ 4 ਤਰੀਕ ਨੂੰ ਜਿਹੜਾ ਹੈਗਾ 31 ਨੂੰ ਇਹ ਪਰਵਾਨਾ ਕੱਟਿਆ ਗਿਆ, 4 ਨੂੰ ਸ਼ਾਮਲ ਹੋਣ ਲਈ। ਸਾਨੂੰ ਇਹ ਪੁਲਿਸ ਕਹਿੰਦੀ ਆ ਵੀ ਸਾਡੇ ਹਾਲੇ ਧਿਆਨ 'ਚ ਕੁਝ ਨਹੀਂ। ਜਿੱਦਣ ਪੋਸਟਮਾਰਟਮ ਕਰਾਉਣਾ ਸੀ, ਅਸੀਂ ਇਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਮਾਂ ਪੁੱਤਾਂ ਨੂੰ ਤੁਸੀਂ ਆਪਦੀ ਕਸਟਡੀ 'ਚ ਲੈ ਲਓ। ਉਹ ਕਹਿੰਦੇ ਵੀ ਸਾਡੇ ਅੰਡਰ ਆ, ਤੁਸੀਂ ਪੋਸਟਮਾਰਟਮ ਕਰਾਓ, ਸੰਸਕਾਰ ਕਰੋ, ਦੋਨੇ ਸਾਡੇ ਅੰਡਰ ਆ, ਅਸੀਂ FIR ਤੋਂ ਬਿਨਾਂ ਅਰੈਸਟ ਨਹੀਂ ਪਾ ਸਕਦੇ। ਚਲੋ ਆਪਾਂ ਨੂੰ ਹੁੰਦਾ ਪਰਿਵਾਰ ਨੂੰ, ਅਸੀਂ FIR ਕਟਾਈ, ਪੋਸਟਮਾਰਟਮ ਕਰਾਇਆ, ਸੰਸਕਾਰ ਕੀਤਾ। ਉਸ ਤੋਂ ਬਾਅਦ ਉਹ ਮੰਗ ਰਾ ਕੇ ਇੱਥੇ ਸਿਵਿਆਂ ਦੇ ਵਿੱਚ ਸਾਡੇ ਦੇਖ ਕੇ ਗਏ। ਅੱਛਾ, ਮੈਨੂੰ ਉਹਨਾਂ ਨੇ ਕਾਲ ਵੀ ਕੀਤੀ, ਕਹਿੰਦੇ ਵੀ ਇਸ ਤਰ੍ਹਾਂ ਵੀ ਸੰਸਕਾਰ ਹੋ ਗਿਆ। ਅਸੀਂ ਕਿਹਾ ਹਾਂਜੀ, ਗੁਰੂ ਘਰ ਲੰਗਰ ਛਕਾਈ ਜਾਂਦੇ ਆ ਸ਼ਾਮ ਦੇ 5:30 ਵਜੇ। ਠੀਕ ਹੈ ਜੀ, ਸਾਨੂੰ ਕੀ ਪਤਾ ਵੀ ਇਦਾਂ ਹੋਣਾ। ਤੇ ਉਸ ਤੋਂ ਬਾਅਦ ਜਦੋਂ ਦੂਜੇ ਦਿਨ ਪਤਾ ਲੱਗਿਆ ਵੀ ਉਹਦੀ ਮਾਂ ਤਾਂ ਹੈ ਨਹੀਂ। ਤੁਸੀਂ ਪੁੱਛਿਆ ਨਹੀਂ ਫਿਰ ਵੀ ਸਾਡਾ ਕਸੂਰ ਕੀ ਆ? ਇਹਦਾ ਦੱਸ ਦਿਓ ਪੁਲਿਸ ਨੂੰ। ਪੁੱਛਿਆ ਜੀ, ਬਸ ਇਹੀ ਕਹਿੰਦੇ ਚਲੋ ਚੱਲੀ ਜਾਂਦੀ ਹੈ ਤਫਤੀਸ਼ੀ, ਚੱਲੀ ਜਾਂਦੀ ਹੈ ਤਫਤੀਸ਼ੀ, ਚੱਲੀ ਜਾਂਦੀ ਹੈ। ਇੱਕ ਪਾਸੇ ਤਾਂ ਕਹਿ ਰਿਹਾ ਸਾਨੂੰ ਪਤਾ ਨਹੀਂ, ਇੱਕ ਪਾਸੇ ਮੁੰਡਾ ਰਿਮਾਂਡ ਤੇ ਚੱਲ ਰਿਹਾ। 27 ਦਿਨ ਨੂੰ FIR ਹੁੰਦੀ ਹੈ, 31 ਦਿਨ ਨੂੰ ਪਰਵਾਨਾ ਕੱਟਿਆ ਜਾਂਦਾ। ਫਿਰ ਤਾਂ 28 ਜਾਂ 29 ਨੂੰ SSP ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ। ਫਿਰ ਤਾਂ ਮੋਟਾ ਹੀ ਚੜਾਵਾ ਚੜਿਆ ਜੀ। ਇਹ ਸਾਰੀ ਜਿਹੜਾ ਮੁੰਡੇ ਦਾ ਫੁੱਫੜ ਆ ਬੰਦ ਸਿੰਘ DSP ਰਿਟਾਇਰ ਹੋਇਆ, ਸਾਰੀ ਗੇਮ ਆਉਂਦੀ ਆ। ਅਸੀਂ ਪੁਲਿਸ ਨੂੰ ਕਿਹਾ, ਪੁਲਿਸ ਕਹਿੰਦੀ ਆ ਵੀ ਤੁਸੀਂ ਦੱਸੋ ਕਿੱਥੇ ਆ, ਕਿੱਥੇ ਦੀਆਂ ਰਿਸ਼ਤੇਦਾਰੀਆਂ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਅਸੀਂ ਕਹਿੰਦੇ ਜੀ ਸਾਰਾ ਕੁਝ ਤੁਹਾਡੇ ਕੋਲ ਆ, ਰਿਟਾਇਰ DSP ਬੰਦ ਸਿੰਘ ਨੂੰ ਚੱਕ ਲਓ, ਉਹਦੀ ਲੋਕੇਸ਼ਨ ਲੈ ਲਓ, ਸਾਰਾ ਕੁਝ ਲੈ ਲਓ, ਬੁੜੀ ਉਹਦੇ ਕੋਲੇ ਆ, ਉਹੀ ਪੈਰਵਾਈ ਕਰ ਰਿਹਾ। ਉਸੇ ਨੇ ਕੋਰਟ 'ਚ ਪੇਸ਼ ਕਰਾਇਆ ਮੁੰਡਾ, ਸਾਡੇ ਨਾਲ ਬਹਿਸ ਵੀ ਹੋਈ ਆ ਉੱਥੇ। ਅੱਛਾ ਜੀ, ਸਾਨੂੰ ਕਹਿੰਦੇ ਵੀ ਤੁਸੀਂ ਸ਼ਾਮਲ ਵੀ ਕਹਿ ਰਹੇ ਹੋ ਵੀ ਇਹਨੇ ਕੀਤਾ, ਕਿਵੇਂ ਕਹਿ ਰਹੇ ਹੋ? ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਦਾ ਪੜਤਾਲ ਕਰ ਲਓ, ਤੁਸੀਂ ਸਾਨੂੰ ਸਾਬਤ ਕਰ ਦਿਓ ਵੀ ਕੁੜੀ ਆਪ ਮਰੀ ਆ। ਠੀਕ ਆ, ਅਸੀਂ ਕੇਸ ਹੀ ਨਹੀਂ ਝਗੜਦੇ। ਇੱਥੋਂ ਤੱਕ ਵੀ ਸਾਡੀ ਉਹਨਾਂ ਨਾਲ ਬਹਿਸ ਹੋਈ ਆ।
ਹੁਣ ਇਹ ਪੱਕਾ ਧਰਨਾ ਲੱਗਿਆ ਹੈਗਾ। ਜਮਾ ਪੱਕਾ ਪੱਕਾ ਜੀ, ਜਮਾਂ। ਅਣਮਿੱਥੇ ਸਮੇਂ ਲਈ ਆ। ਜਿੰਨਾ ਚਿਰ ਬੁੜੀ ਫੜ ਕੇ ਸਾਡੀ ਸ਼ਨਾਖਤ ਨਹੀਂ ਕਰਾਉਂਦੇ, ਉਹਦੀ ਅਰੈਸਟ ਨਹੀਂ ਪਾਉਂਦੇ, ਉਨਾ ਚਿਰ ਇਹ ਧਰਨਾ ਲਗਾਤਾਰ ਹੀ ਚੱਲੂਗਾ। ਤੇ ਜੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਆ ਕੇ ਜਿਵੇਂ ਮਿੱਠੀ ਗੋਲੀ ਦੇ ਜਾਂਦੇ, ਜਿਵੇਂ ਪਿਛਲੀ ਵਾਰੀ ਆ ਕੇ ਪੁਲਿਸ ਪ੍ਰਸ਼ਾਸਨ ਮਿੱਠੀ ਗੋਲੀ ਦੇਗਾ, ਜੇ ਉਸ ਤਰ੍ਹਾਂ ਦੀ ਮਿੱਠੀ ਗੋਲੀ ਹੁਣ ਫੇਰ ਦੇਗੇ? ਨਹੀਂ ਜੀ, ਹੁਣ ਨਹੀਂ। ਉਹਨਾਂ ਨੂੰ ਅਲਟੀਮੇਟ ਇੱਕ ਵਾਰ ਦਿੱਤਾ, ਬਾਰ-ਬਾਰ ਨਹੀਂ ਦਿੱਤਾ ਜਾਊਗਾ। ਸੋ ਭੁੱਚੋ ਖੁਰਦ ਦਾ ਇਹ ਪਰਿਵਾਰ ਆ, ਜਿੱਥੇ ਤੁਸੀਂ ਦੇਖ ਰਹੇ ਹੋਵੋਗੇ ਤਸਵੀਰਾਂ ਦੇ ਵਿੱਚ ਕਿ ਇੱਕ ਧੀ ਨੂੰ ਮੈਨੂੰ ਦੇ ਦਿਓ ਜੀ, ਇੱਕ ਧੀ ਨੂੰ ਮਾਪਿਆਂ ਨੇ ਜਿਹੜਾ ਪਾਲਿਆ। ਇਸ ਵੇਲੇ ਤਸਵੀਰ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ, ਤੇ ਮਾਪਿਆਂ ਦਾ ਕਸੂਰ ਪੁੱਛ ਰਹੇ, ਅੱਜ ਵੀ ਪ੍ਰਸ਼ਾਸਨ ਤੋਂ ਪੁੱਛ ਰਿਹਾ ਕਿ ਸਾਡਾ ਕਸੂਰ ਸਾਨੂੰ ਦੱਸਿਆ ਜਾਵੇ ਕਿ ਸਾਡਾ ਕਸੂਰ ਕੀ ਆ। ਧੀ ਦਾ ਚਾਵਾਂ ਦੇ ਨਾਲ, ਲਾਡਾਂ ਦੇ ਨਾਲ ਜਿਹੜਾ ਵਿਆਹ ਆ ਉਹ ਕੀਤਾ ਸੀ, ਧੀ ਨੂੰ ਆਪਣੇ ਘਰੇ ਤੋਰਿਆ ਸੀ ਕਿ ਆਪਣੇ ਘਰੇ ਜਿਹੜੀ ਧੀ ਆ ਉਹ ਸੁਖੀ ਵਸੂ, ਪਰ ਇਹ ਨਹੀਂ ਪਤਾ ਸੀ ਕਿ 2 ਮਹੀਨਿਆਂ ਬਾਅਦ ਇਸ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਮਾਪਿਆਂ ਨੂੰ ਮਿਲੂਗੀ। ਤਾਂ ਇੱਥੇ ਵੱਡੀ ਗੱਲ ਪ੍ਰਸ਼ਾਸਨ ਦੀ ਆ ਕਿ ਪ੍ਰਸ਼ਾਸਨ ਦੇ ਕੰਨ ਤੇ ਹਾਲੇ ਤੱਕ ਆਖਦੇ ਆ ਕਿ ਜੂ ਨਹੀਂ ਸਰਕੀ। ਹਾਲਾਂਕਿ ਧਰਵਾਸ ਜ਼ਰੂਰ ਦਿੱਤਾ ਸੀ ਕਿ 3 ਦਿਨਾਂ ਤੱਕ ਜਿਹੜੀ ਹੈਗੀ ਆ ਅਸੀਂ ਕਾਰਵਾਈ ਕਿਸੇ ਤਰ੍ਹਾਂ ਦੀ ਉਹ ਕਰਾਂਗੇ, ਅਸੀਂ ਜਿਹੜਾ ਆ ਮਾਤਾ ਆ ਉਹਨਾਂ ਨੂੰ ਅਰੈਸਟ ਕਰਾਂਗੇ, ਪਰ ਹਾਲੇ ਤੱਕ ਅਰੈਸਟ ਨਹੀਂ ਪਈ। ਤੇ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਨੇ ਇਲਜ਼ਾਮ ਵੱਡੇ ਲਗਾਏ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿ ਵੱਡਾ ਚੜਾਵਾ, ਵੱਡਾ ਪੈਸਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਧੱਕਿਆ ਗਿਆ, ਜਿਸ ਦੇ ਕਾਰਨ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਸਾਡੀ ਝੋਲੀ ਦੇ ਵਿੱਚ ਇਨਸਾਫ ਜਿਹੜਾ ਹੈਗਾ ਆ ਉਹ ਨਹੀਂ ਪੈ ਰਿਹਾ। ਸੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਝੋਲੀ ਦੇ ਵਿੱਚ ਇਨਸਾਫ ਪੈ ਸਕੇ, ਰੋਂਦੀ ਮਾਂ ਨੂੰ ਜਿਹੜੀ ਆ ਠੰਡ ਮਿਲ ਸਕੇ, ਉਸ ਬਾਪ ਨੂੰ ਠੰਡ ਮਿਲ ਸਕੇ, ਉਸ ਭਰਾ ਨੂੰ ਠੰਡ ਮਿਲ ਸਕੇ, ਉਹਨਾਂ ਜਿਹੜੇ ਹੈਗੇ ਚਾਚੇ ਤਾਇਆਂ ਨੂੰ ਜਿਹੜੀ ਆ ਥੋੜ੍ਹੀ ਠੰਡ ਜ਼ਰੂਰ ਮਿਲ ਸਕੇ, ਕਿਉਂਕਿ ਇਸ ਭੈਣ ਨੇ ਹੁਣ ਵਾਪਸ ਨਹੀਂ ਆਉਣਾ, ਪਰ ਇਹਨਾਂ ਦੇ ਪੱਲੇ ਸਿਰਫ ਇਹੀ ਆ ਕਿ ਅਸੀਂ ਕਮ ਸੇ ਕਮ ਜਾਂਦੇ ਜਾਂਦੇ ਇਸ ਭੈਣ ਨੂੰ ਇਨਸਾਫ ਜਿਹੜਾ ਆ ਉਹ ਜ਼ਰੂਰ ਦਿਵਾਈਏ। ਸੋ ਦੇਖਦੇ ਰਹੋ RMB ਟੈਲੀਵਿਜ਼ਨ। ਆਪਣੇ ਦੋਸਤ ਜਸ ਕਰੇ ਬਹੁਤ ਇਜਾਜ਼ਤ, ਧੰਨਵਾਦ।